ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦਿਆਂ ਟੋਟ ਨ ਆਵਈ ਅਗਣਤ ਭਰੇ ਭੰਡਾਰ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਤੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਝਗਰਾ ਏਕ ਨਵੇਰਹੁ ਰਾਮ ਜੋ ਤੁਮ ਆਪਣੇ ਜਨ ਕੋ ਕਾਮ। ਰਹਾਉ ਝਗਰਾ ਏਕ ਨਵੇਰਹੁ ਰਾਮ ਜੋ ਤੁਮ ਆਪਣੇ ਜਨ ਕੋ ਜਨ ਸੋ ਕਾਮ। ਰਹਾਉ ਇਹੋ ਮਨ ਵੱਡਾ ਕੇ ਜਾ ਸੋ ਮਨ ਮਾਨਿਆ ਰਾਮ ਵੱਡਾ ਕੈ ਰਾਮ ਹੈ ਜਾਣਿਆ। ਬ੍ਰਹਮਾ ਵੱਡਾ ਕੇ ਜਾਸ ਉਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ। ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ। ਤੀਰਥ ਵੱਡਾ ਕੇ ਹਰ ਕਾ ਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਤਖਤ ਦੇ ਮਾਲਕ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਬਦ ਹਨ। ਇੱਕ ਵਾਰ ਦੀ ਗੱਲ ਹੈ ਕਿ ਭਗਤ ਕਬੀਰ ਜੀ ਆਪਣੇ ਗੁਰੂ ਪਰਮਾਨੰਦ ਜੀ ਦੇ ਪਾਸ ਦਰਸ਼ਨ ਕਰ ਲਈ ਗਏ। ਕਿ ਭਗਤ ਕਬੀਰ ਜੀ ਇੱਕ ਵਾਰੀ ਆਪਣੇ ਗੁਰੂ ਜੀ ਪਰਮਾਨੰਦ ਜੀ ਦੇ ਪਾਸ ਦਰਸ਼ਨ ਕਰ ਲਈ ਗਏ। ਅੱਗੋਂ ਰਾਮਾਨੰਦ ਜੀ ਬੜੇ ਪ੍ਰਸੰਨ ਹੋ ਕੇ ਮਿਲੇ ਭਗਤ ਰਵਿਦਾਸ ਜੀ ਨੂੰ ਤੇ ਕਹਿਣ ਲੱਗੇ, ਹੇ ਕਬੀਰ, ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ। ਤੂੰ ਜੋ ਕੁਝ ਪੁੱਛਣਾ ਹੈ ਪੁੱਛ ਲੈ। ਤਾਂ ਅੱਗੇ ਕਬੀਰ ਜੀ ਸਵਾਲ ਕਰਦੇ ਹੋਏ ਕਹਿਣ ਲੱਗੇ, ਝਾਗਰਾ ਏਕ ਨਵੇਰ ਹੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ ਰਹਾਓ। ਕਹਿਣ ਲੱਗੇ, ਹੇ ਰਾਮਾਨੰਦ ਜੀ, ਕਿ ਮੇਰਾ ਸੰਸਾਰ ਦੇ ਅੰਦਰ ਇੱਕ ਝਗੜਾ ਤੁਸੀਂ ਨਿਬੇੜ ਨਾ ਕਰੋ। ਤੇ ਪਰਮੇਸ਼ਰ ਦਾ ਰੂਪ ਸਮਝ ਕੇ ਰਾਮਾਨੰਦ ਜੀ ਨੂੰ ਕਹਿਣ ਲੱਗੇ, ਹੇ ਪਰਮੇਸ਼ਰ ਦਾ ਰੂਪ ਪਰਮੇਸ਼ਰ, ਮੇਰਾ ਸੰਸਾਰ ਦੇ ਅੰਦਰ ਇੱਕ ਝਗੜਾ ਤੁਸੀਂ ਨਿਬੇੜ ਨਾ ਕਰੋ। ਜੋ ਤੁਮ ਆਪਣੇ ਜਨ ਸੌ ਕਾਮ, ਕਿ ਜੋ ਜੇ ਤੁਹਾਨੂੰ ਆਪਣੇ ਜਾਨ ਆਪਣੇ ਦਾਸਾਂ ਦੇ 100 ਸਾਥ ਮੁਕਤੀ ਕਰਨ ਦਾ ਕੰਮ ਹੈ, ਜੇ ਤੁਹਾਨੂੰ ਇਹ ਕੰਮ ਹੈ ਕਿ ਮੇਰੇ ਜਨ ਮੇਰੇ ਸੇਵਕ ਮੇਰਾ ਹੀ ਰੂਪ ਹਨ, ਮੇਰੇ ਜਨਾਂ ਦੀ ਵਡਿਆਈ ਹੀ ਮੇਰੀ ਵਡਿਆਈ ਹੈ, ਇਸ ਪ੍ਰਕਾਰ ਤੁਹਾਨੂੰ ਆਪਣੇ ਜਨਾਂ ਦੀ ਆਪਣੇ ਸੇਵਕਾਂ ਦੀ ਦੁਨੀਆ ਦੇ ਵਿੱਚ ਪ੍ਰਭਤਾ ਸੋਭਾ ਕਰਾਉਣ ਦਾ ਕੰਮ ਹੈ, ਤਾਂ ਮੇਰਾ ਇੱਕ ਝਗੜਾ ਨਿਬੇੜਨਾ ਕਰੋ। ਇਹ ਸੁਣ ਕੇ ਅੱਗੋਂ ਰਾਮਾਨੰਦ ਜੀ ਕਹਿਣ ਲੱਗੇ, ਹੇ ਕਬੀਰ ਜੀ, ਇਹ ਝਗੜਾ ਕੀ ਹੈ ਜਿਹੜਾ ਤੂੰ ਝਗੜਾ ਪੁੱਛਦਾ ਹੈ? ਤੂੰ ਆਪਣਾ ਪ੍ਰਸ਼ਨ ਕਹਿਣਾ ਕਰਕੇ ਕੀ ਝਗੜਾ ਕਹਿੰਦਾ ਹੈ ਵੀ ਨਿਬੇੜੋ। ਅੱਗੇ ਭਗਤ ਜੀ ਕਹਿਣ ਲੱਗੇ, ਇਹੋ ਮਨ ਵੱਡਾ ਕਿ ਜਾਂ ਸਿਓ ਮਨ ਮਾਨਿਆ। ਭਗਤ ਜੀ ਕਹਿਣ ਲੱਗੇ, ਹੇ ਮਹਾਰਾਜ, ਇਹ ਮਨ ਇਹ ਚਿੱਤ ਵੱਡਾ ਹੈ ਕਿ ਜਾਂ ਜਿਸ ਪਦਾਰਥ ਦੇ ਨਾਲ ਚਿੱਤ ਮੰਨ ਗਿਆ ਹੈ, ਚਿੱਤ ਲੱਗਿਆ ਹੋਇਆ ਹੈ, ਉਹ ਪਦਾਰਥ ਵੱਡਾ ਹੈ। ਭਗਤ ਜੀ ਸਮਝਾਉਣ ਲੱਗੇ ਕਿ ਇਸੇ ਪੰਕਤੀਆਂ ਵਿੱਚ ਨਾਲ ਹੀ ਉੱਤਰ ਦਿੰਦੇ ਹਨ, ਉਹ ਪਦਾਰਥ ਹੀ ਵੱਡੇ ਹਨ ਜੋ ਮੰਨਦੇ ਤਾਂ ਹੀ ਆਪਣੇ ਵਿੱਚ ਮਨਾ ਲੈਂਦੇ ਹਨ। ਉਹ ਪਦਾਰਥ ਹੀ ਵੱਡੇ ਹਨ ਜੋ ਮੰਨਦੇ ਤਾਂ ਹੀ ਮਨ ਨੂੰ ਆਪਣੇ ਵਿੱਚ ਖਚਿਤ ਕਰ ਲੈਂਦੇ ਹਨ, ਮਨਾ ਲੈਂਦੇ ਹਨ। ਉਹ ਪਦਾਰਥ ਹੀ ਵੱਡੇ ਹਨ। ਭਗਤ ਜੀ ਕਹਿਣ ਲੱਗੇ, ਰਾਮ ਵੱਡਾ ਕਹਿ ਰਮ ਹੀ ਜਾਣਿਆ। ਕਿ ਹੇ ਮਹਾਰਾਜ, ਰਾਮ ਰਮਿਆ ਹੋਇਆ ਪਰਮੇਸ਼ਰ ਵੱਡਾ ਹੈ ਕਿ ਉਸ ਪਰਮੇਸ਼ਰ ਦੇ ਤਾਂ ਹੀ ਜਾਣਨ ਵਾਲੇ ਵੱਡੇ ਹਨ, ਭਗਤ ਜਨ ਵੱਡੇ ਹਨ। ਤਾਂ ਭਗਤ ਜੀ ਕਹਿੰਦੇ, ਰਾਮ ਹੀ ਜਾਣਿਆ, ਰਾਮ ਨੂੰ ਜਾਣਨ ਵਾਲੇ ਹੀ ਵੱਡੇ ਹਨ। ਜੈਸਾ ਕਿ ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਧੈ, ਤੋ ਪੁਨ ਮੋਹ ਪੈ ਜਵਾਬ ਨਾ ਹੋਏ। ਭਗਤ ਜੀ ਕਹਿਣ ਲੱਗੇ, ਭਗਤ ਜੀ ਨੂੰ ਰਾਮਾਨੰਦ ਜੀ ਕਹਿਣ ਲੱਗੇ ਕਿ ਉਹ ਪਰਮੇਸ਼ਰ ਹੀ ਵੱਡਾ ਹੈ ਕਿ ਰਾਮ ਹੀ ਜਾਣਿਆ, ਰਾਮ ਨੂੰ ਜਾਣਨ ਵਾਲੇ ਹੀ ਵੱਡੇ ਹਨ ਕਿ ਪਰਮੇਸ਼ਰ ਭਗਤਾਂ ਦਾ ਬੰਨਿਆ ਹੋਇਆ ਚੱਲਦਾ ਹੈ। ਕਿਉਂਕਿ ਰਾਮ ਨੂੰ ਜਾਣਨ ਵਾਲਿਆਂ ਕਰਕੇ ਹੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਰਾਮ ਹੀ ਵੱਡਾ ਆਪਣੇ ਪਿਆਰਿਆਂ ਕਰਕੇ ਹੀ ਜਾਣਿਆ ਜਾਂਦਾ ਹੈ। ਇਸ ਕਰਕੇ ਰਾਮ ਨੂੰ ਜਾਣਨ ਵਾਲੇ ਹੀ ਵੱਡੇ ਹਨ। ਜੈਸਾ ਕਿ ਜਿਨ ਜਾਤਾ ਸੋ ਤਿਸ ਹੀ ਜਿਹਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣਿਆ ਹੈ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ। ਬ੍ਰਹਮਾ ਵੱਡਾ ਕਿ ਜਾਸ ਉਪਾਇਆ। ਭਗਤ ਜੀ ਕਹਿਣ ਲੱਗੇ, ਹੇ ਮਹਾਰਾਜ, ਬ੍ਰਹਮਾ ਵੱਡਾ ਹੈ
ਕਿ ਜਾਸ ਜਿਸ ਪਰਮੇਸ਼ਰ ਨੇ ਉਹ ਬ੍ਰਹਮਾ ਪੈਦਾ ਕੀਤਾ ਹੈ ਉਹ ਵੱਡਾ ਹੈ। ਜਾਸ ਉਪਾਇਆ ਕਿ ਰਾਮਾਨੰਦ ਜੀ ਕਹਿਣ ਲੱਗੇ ਭਗਤ ਜੀ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਹੈ ਇਹ ਬ੍ਰਹਮਾ ਉਹ ਹੀ ਵੱਡਾ ਹੈ। ਵੇਦ ਵੱਡਾ ਕਿ ਜਹਾਂ ਤੇ ਆਇਆ। ਭਗਤ ਕਬੀਰ ਜੀ ਕਹਿਣ ਲੱਗੇ ਰਾਮਾਨੰਦ ਜੀ ਨੂੰ ਕਿ ਵੇਦ ਵੱਡਾ ਕਿ ਜਹਾਂ ਤੇ ਆਇਆ, ਕਿ ਇਹ ਮਹਾਰਾਜ ਵੇਦ ਵੱਡਾ ਹੈ ਕਿ ਜਾਂ ਫਿਰ ਜਹਾਂ ਤੇ ਜਿੱਥੋਂ ਇਹ ਵੇਦ ਆਇਆ ਹੈ ਉਹ ਵੱਡਾ ਹੈ। ਭਗਤ ਜੀ ਨੂੰ ਰਾਮਾਨੰਦ ਜੀ ਕਹਿਣ ਲੱਗੇ ਜਹਾਂ ਤੇ ਆਇਆ, ਜਹਾਂ ਤੇ ਆਇਆ ਜਿੱਥੋਂ ਵੇਦ ਆਇਆ ਹੈ ਉਹ ਪਰਮੇਸ਼ਰ ਹੀ ਵੱਡਾ ਹੈ। ਪਰਮੇਸ਼ਰ ਤੋਂ ਇਹ ਅਕਾਲ ਪੁਰਖ ਤੋਂ ਵੇਦ ਆਇਆ ਹੈ, ਉਹ ਪਰਮੇਸ਼ਰ ਹੀ ਵੱਡਾ ਹੈ। ਕਹੈ ਕਬੀਰ ਹਉ ਭਇਆ ਉਦਾਸ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਚੰਗਾ ਮਹਾਰਾਜ ਮੇਰੇ ਇਤਨੇ ਹੀ ਪ੍ਰਾਸਨ ਸਨ, ਹੁਣ ਹਉ ਭਇਆ ਉਦਾਸ, ਮੈਂ ਉਦਾਸ ਉਪਰਾਮ ਹੋ ਗਿਆ ਹਾਂ। ਤਾਂ ਅੱਗੇ ਰਾਮਾਨੰਦ ਜੀ ਰਾਮ ਪਰਮੇਸ਼ਰ ਜੀ ਕਹਿੰਦੇ ਹਨ ਤੀਰਥ ਵੱਡਾ ਕਿ ਹਰਿ ਕਾ ਦਾਸ। ਕਿ ਰਾਮਾਨੰਦ ਜੀ ਕਹਿਣ ਲੱਗੇ ਹੈ ਕਬੀਰ ਇਹ ਤਾਂ ਹੋਰ ਪ੍ਰਾਸ਼ਨ ਪੁੱਛ ਲੈ, ਇੱਕ ਤਾਂ ਹੋਰ ਪ੍ਰਾਸ਼ਨ ਪੁੱਛ ਲੈ ਕਿ ਤੈਨੂੰ ਪ੍ਰਾਸ਼ਨ ਦਾ ਉੱਤਰ ਦੇ ਦਿਆਂਗੇ, ਤੇਰੇ ਤੇ ਪ੍ਰਸੰਨ ਹਾਂ ਹੁਣ। ਤਾਂ ਕਬੀਰ ਜੀ ਕਹਿਣ ਲੱਗੇ ਕਿ ਫੇਰ ਦੱਸੋ। ਤੀਰਥ ਵੱਡਾ ਕਿ ਹਰਿ ਕਾ ਦਾਸ, ਕਿ ਤੀਰਥ ਵੱਡਾ ਹੈ ਕਿ ਪਰਮੇਸ਼ਰ ਦਾ ਦਾਸ ਸੇਵਕ ਵੱਡਾ ਹੈ। ਤਾਂ ਕਹਿੰਦੇ ਤੀਰਥ ਨਾਲੋਂ ਹਰੀ ਦਾ ਦਾਸ, ਹਰੀ ਦਾ ਸੇਵਕ ਵੱਡਾ ਹੈ। ਹਰਿ ਕਾ ਦਾਸ ਕਿ ਹਰੀ ਪਰਮੇਸ਼ਰ ਦਾ ਜਿਹੜਾ ਸੇਵਕ ਹੈ, ਦਾਸ ਹੈ, ਉਹ ਵੱਡਾ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ, ਜਿਨ੍ਹਾਂ ਸੇਵਕਾਂ ਦੇ ਚਰਨਾਂ ਦੇ ਵਿੱਚ ਕਿ ਗੰਗਾ ਵਗਦੀ ਹੈ ਉਹ ਸੇਵਕ ਜਨ ਹੀ ਵੱਡੇ ਹਨ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਪ੍ਰਾਸ਼ਨ ਪੁੱਛੇ ਰਾਮਾਨੰਦ ਜੀ ਨੂੰ, ਉਹਨਾਂ ਨੇ ਉੱਤਰ ਦੇਣਾ ਕੀਤੇ। ਉਸ ਤੋਂ ਬਾਅਦ ਇੱਕ ਵਾਰੀ ਕਾਂਸੀ ਵਿੱਚ ਬਹੁਤ ਭਾਰੀ ਹਨੇਰੀ ਆਈ, ਜਿਸ ਕਰਕੇ ਬਹੁਤ ਸਾਰੇ ਰੁੱਖ ਆਦਿਕ ਲੋਕਾਂ ਦੀਆਂ ਛੱਪਰੀਆਂ ਉੱਡ ਗਈਆਂ। ਤਾਂ ਲੋਕੀ ਰੋਈ ਜਾਣ, ਬੜਾ ਵਿਰਲਾਪ ਕਰਨ ਕਿ ਸਾਡੇ ਛੱਪਰ ਸੀ, ਜਿਹੜੇ ਰਹਿਣ ਵਾਲੇ ਮਕਾਨ ਸੀ ਉਹ ਉੱਡ ਗਏ। ਵਿਰਲਾਪ ਕਰਨ ਇਹਨਾਂ ਨੂੰ ਵੇਖ ਵੇਖ ਕੇ ਕਬੀਰ ਜੀ ਹੱਸੀ ਜਾਣ। ਲੋਕ ਕਹਿੰਦੇ ਕਿ ਕਬੀਰ ਤੇਰਾ ਕੁਝ ਡਿੱਗਿਆ ਨਹੀਂ ਹੋਣਾ ਕਿ ਤੂੰ ਸਾਡੇ 'ਤੇ ਹੱਸਦਾ ਪਿਆ ਹੈ। ਭਗਤ ਕਬੀਰ ਜੀ ਨੇ ਕਿਹਾ ਕਿ ਨਹੀਂ ਭਾਈ, ਮੇਰਾ ਵੀ ਬਹੁਤ ਨੁਕਸਾਨ ਹੋਇਆ ਹੈ, ਮੇਰੀ ਵੀ ਸਾਰੀ ਅਸੂਰੀ ਸੰਪਦਾ ਨਾਸ ਹੋ ਗਈ ਹੈ। ਤੁਸੀਂ ਸੁਣਨਾ ਕਰੋ, ਜੋ ਮੇਰਾ ਨੁਕਸਾਨ ਹੋਇਆ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਉਂ ਬਾਹਰ ਦੀ ਹਨੇਰੀ ਦਾ ਪ੍ਰਮਾਣ ਲੈ ਕੇ ਅੰਤਰੀਵ ਭਾਵ ਅੰਦਰ ਦੀ ਜਿਹੜੀ ਗਿਆਨ ਦੀ ਸਿੱਖਿਆ ਹੈ ਉਹ ਦਿੰਦੇ ਹਨ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ ਰਹਾਓ। ਭਗਤ ਕਬੀਰ ਜੀ ਕਹਿਣ ਲੱਗੇ ਦੇਖੋ ਭਾਈ ਗਿਆਨ ਕੀ ਆਈ ਆਂधी, ਆਂधी ਹਨੇਰੀ, ਕਿ ਹੇ ਮੇਰੇ ਭਰਾਵੋ ਦੇਖਣਾ ਕਰੋ, ਸਾਡੇ ਅੰਤਸਕਰਨ ਵਿੱਚ, ਸਾਡੇ ਹਿਰਦੇ ਰੂਪੀ ਕਾਂਸੀ ਨਗਰ ਵਿੱਚ ਗਿਆਨ ਦੀ ਹਨੇਰੀ ਆਉਣਾ ਕੀਤੀ ਹੈ, ਜਿਸ ਦੇ ਨਾਲ ਸਾਡੇ ਅੰਦਰੋਂ ਭਰਮ ਹੀ ਟਾਟੀ, ਖਸ, ਬਾਸ, ਸਰਕੜੇ ਆਦਿਕ ਦੀ ਕੰਧ, ਪੜਦਾ, ਫਿਰਕੀਆਂ,
ਸਾਰੀਆਂ ਹੀ ਗਿਆਨ ਦੀ ਹਨੇਰੀ ਕਰਕੇ ਉੱਡ ਗਈਆਂ ਹਨ। ਸਵੈ ਉਡਾਨੀ ਭ੍ਰਮ ਕੀ ਟਾਟੀ ਰਹਿ ਨ ਮਾਇਆ ਬਾਂਧੀ। ਕਿ ਭਗਤ ਜੀ ਕਹਿਣ ਲੱਗੇ, ਦੇਖੋ ਭਰਾਵੋ, ਦੇਖਣਾ ਕਰੋ, ਸਾਡੇ ਹਿਰਦੇ ਰੂਪੀ ਕਾਂਸੀ ਨਗਰ ਵਿੱਚ ਗਿਆਨ ਦੀ ਹਨੇਰੀ ਆਉਣਾ ਕੀਤੀ ਹੈ, ਜਿਸ ਦੇ ਨਾਲ ਸਾਡੇ ਅੰਦਰੋਂ ਭ੍ਰਮ ਦੀ ਟਾਟੀ, ਖਸਵਾਸ, ਸਰਕੜੇ ਆਦਿਕ ਦੀ ਕੰਧ, ਪੜਦਾ ਸਾਰੀਆਂ ਹੀ ਗਿਆਨ ਦੀ ਹਨੇਰੀ ਕਰਕੇ ਉੱਡ ਗਈਆਂ ਹਨ। ਤੇ ਰਹਿ ਨਾ ਮਾਇਆ ਬਾਂਧੀ, ਕਿ ਹੁਣ ਮਾਇਆ ਰੂਪੀ ਰੱਸੀਆਂ ਨਾਲ ਬੰਨੀਆਂ ਹੋਈਆਂ ਇਹ ਰਹਿੰਦੀਆਂ ਨਹੀਂ ਹਨ। ਭਾਵ ਜਿਸ ਨੂੰ ਭਰਮ ਦੀਆਂ ਫਿਰਕੀਆਂ ਸਫਾ ਨੂੰ ਮਾਇਆ ਆਪ ਹੀ ਆਸਾ ਰੂਪੀ ਰੱਸੀ ਨਾਲ ਬੰਨੀ ਰੱਖਦੀ ਸੀ, ਉਹ ਹੁਣ ਬੰਨੀਆਂ ਨਹੀਂ ਰਹਿੰਦੀਆਂ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ। ਭਗਤ ਜੀ ਕਹਿਣ ਲੱਗੇ, ਦੁਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ। ਕਿ ਦੁਚਿੱਤੇ ਚਿੱਤ ਦੀਆਂ ਜੋ ਦੋ ਬਿਰਤੀਆਂ ਸਨ, ਕਿ ਸੇਵਾ ਕਰੀਏ ਜਾਂ ਦੁਨੀਆ ਦੇ ਕਾਰ ਵਿਹਾਰ ਕਰੀਏ, ਸੰਗਤ ਕਰੀਏ ਜਾਂ ਕੁਸੰਗਤ ਕਰੀਏ, ਇਹ ਦੁਚਿੱਤੇਪਣੇ ਦੀ ਦੋ ਥੰਮੀਆਂ ਵੀ ਸਾਡੇ ਅੰਦਰੋਂ ਗਿਰਾਨੀ ਡਿੱਗ ਪਈਆਂ, ਅਤੇ ਮੋਹ ਬਲੇਡਾ ਟੂਟਾ, ਅਤੇ ਮੋਹ ਦਾ ਸਨੇਹ ਰੂਪੀ ਬਲੇਡਾ ਬਲਾ ਜੋ ਛਪਰੀ ਦੇ ਵਿਚਾਲੇ ਪਾਇਆ ਸੀ, ਉਹ ਵੀ ਟੁੱਟ ਗਿਆ ਹੈ। ਤਿਸਨਾ ਛਾਪ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਤਿਸਨਾ ਛਾਨ, ਕਿ ਤ੍ਰਿਸ਼ਨਾ ਰੂਪੀ ਛਾਨ ਛੰਨ, ਛਪਰੀ ਵੀ। ਤਿਸਨਾ ਛਾਨ ਪਰੀ, ਕਿ ਤ੍ਰਿਸ਼ਨਾ ਰੂਪੀ ਛੰਨ ਵੀ ਧਰ ਉੱਪਰ, ਧਰਤੀ ਉੱਪਰ, ਧਰਤੀ ਉੱਤੇ ਡਿੱਗ ਪਈ ਹੈ। ਭਾਵ ਬੁੱਧੀ ਰੂਪੀ ਧਰਤੀ ਦੇ ਉੱਪਰ ਗਿਰ ਪਈ ਹੈ, ਨਾਸ ਹੋ ਗਈ ਹੈ। ਅਤੇ ਦੁਰਮਤ ਭਾਂਡਾ ਫੂਟਾ, ਦੁਰਮਤ ਖੋਟੀ ਮਤ ਰੂਪੀ ਭਾਂਡਾ ਬਰਤਨ ਵੀ ਫੁੱਟ ਗਿਆ ਹੈ, ਟੁੱਟ ਗਿਆ ਹੈ। ਆਂਦੀ ਪਾਛੈ ਜੋ ਜਲ ਵਰਖੈ, ਤਿਹ ਤੇਰਾ ਜਨ ਭੀਨਾ। ਜਿਸ ਪ੍ਰਕਾਰ ਪ੍ਰਤੱਖ ਹਨੇਰੀ ਆਉਣ ਤੋਂ ਬਾਅਦ ਬੱਦਲ ਵੀ ਵਰਸਦੇ ਹਨ, ਇਸੇ ਪ੍ਰਕਾਰ ਗਿਆਨ ਰੂਪੀ ਆਂਧੀ ਹਨੇਰੀ ਦੇ ਆਉਣ ਤੋਂ ਪਿੱਛੇ ਜਿਹੜੀ ਗੁਰੂ ਰੂਪ ਬੱਦਲ ਨੇ ਕਿਰਪਾ ਕਰਕੇ ਨਾਮ ਰੂਪੀ ਜਲ ਦੀ ਵਰਖਾ ਕੀਤੀ ਹੈ, ਤਿਹ ਤੇਰਾ ਜਨ ਭੀਨਾ। ਕਿ ਤਿਹ ਤਿਸ ਨਾਮ ਰੂਪੀ ਜਲ ਵਿੱਚ ਤੇਰਾ ਤੁਹਾਡਾ ਸੇਵਕ, ਭਾਵ ਮੇਰਾ ਮਨ ਭਿੱਜ ਗਿਆ ਹੈ। ਕਹੈ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਉਸ ਵੇਲੇ ਸਾਡੇ ਮਨ, ਸਾਡੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਦੈ ਭਾਨ ਜਬ ਚੀਨਾ, ਜਦੋਂ ਅਸੀਂ ਪ੍ਰਤੱਖ ਅਪਰੋਖ ਗਿਆਨ ਰੂਪੀ ਸੂਰਜ ਨੂੰ ਪ੍ਰਗਟ ਕਰ ਲਿਆ ਹੈ, ਜਾਣ ਲਿਆ ਹੈ, ਕਿ ਉਸ ਵੇਲੇ ਸਾਡੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਗੌੜੀ ਚੇਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਚੇਤੀ ਦੇ ਅੰਦਰ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਭਗਤ ਕਬੀਰ ਸਾਹਿਬ ਜੀ ਦੇ ਪਾਸ ਕੁਝ ਸਤਿਪੁਰਖ ਆਏ। ਉਹਨਾਂ ਸਤਿਪੁਰਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਸਾਨੂੰ ਕੁਸੰਗੀਆਂ ਅਤੇ ਸਤ ਸੰਗਤੀਆਂ ਜੋ ਸਤ ਸੰਗਤ ਕਰਦੇ ਹਨ ਉਹਨਾਂ ਬਾਰੇ, ਤੇ ਜਿਹੜੇ ਕੁਸੰਗੀ ਹਨ, ਖੋਟੀਆਂ ਸੰਗਤਾਂ ਕਰਦੇ ਹਨ, ਉਹਨਾਂ ਬਾਰੇ ਦੱਸੋ। ਤਾਂ ਭਗਤ ਕਬੀਰ ਜੀ ਨੇ ਇਸ ਇੱਕੋ ਸ਼ਬਦ ਵਿੱਚ ਦੋਨਾਂ ਬਾਰੇ ਦੱਸਣਾ ਕੀਤਾ, ਕੁਸੰਗੀਆਂ ਬਾਰੇ ਤੇ ਸਤ ਸੰਗੀਆਂ ਬਾਰੇ, ਕਿ ਇਹ ਦੱਸਦੇ ਹਨ
ਗੌੜੀ ਰਾਗ ਦੀ ਚੇਤੀ ਜਾਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅੱਗੇ ਭਗਤ ਜੀ ਗੁਰਬਾਣੀ ਦੁਆਰਾ ਕੁਸੰਗੀਆਂ ਤੇ ਸਤ ਸੰਗੀਆਂ ਬਾਰੇ ਸਮਝਾ ਰਹੇ ਹਨ। ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਬਾਤਨ ਹੀ ਅਸਮਾਨ ਗਿਰਾਵਹਿ। ਭਗਤ ਜੀ ਕਹਿੰਦੇ ਉਹ ਨਾ ਤਾਂ ਕਦੇ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਪਰਮੇਸ਼ਰ ਦਾ ਭਜਨ ਵਡਿਆਈ ਸੁਣਦੇ ਹਨ। ਜਿਹੜੇ ਕੁਸੰਗੀ ਹੁੰਦੇ ਹਨ ਕਿ ਉਹ ਕੁਸੰਗੀ ਨਾ ਤਾਂ ਕਦੇ ਸਰਧਾ ਨਾਲ ਵਿਸ਼ਵਾਸ ਨਾਲ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਭਜਨ ਵਡਿਆਈ ਸੁਣਦੇ ਹਨ, ਤੇ ਨਾ ਹੀ ਪ੍ਰੀਤੀ ਰੂਪੀ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਸਿਫਤਾਂ ਤਾਈਂ ਗਾਉਂਦੇ ਹਨ। ਅਤੇ ਬਾਤਨ ਹੀ ਅਸਮਾਨ ਗਿਰਾਵਹਿ, ਬਾਤਨ ਗੱਲਾਂ ਦੇ ਨਾਲ ਹੀ ਅਸਮਾਨ ਆਕਾਸ਼ ਨੂੰ ਵੀ ਗਿਰਾਵਹਿ ਹੇਠਾਂ ਡੇਗਦੇ ਹਨ। ਅਸਮਾਨ ਸਵਰਗ ਆਦਿਕ ਦੇ ਸੁੱਖਾਂ ਨੂੰ ਵੀ ਹੰਕਾਰ ਸਹਿਤ ਹੋ ਕੇ ਕਹਿੰਦੇ ਹਨ ਕਿ ਇਹ ਕੀ ਚੀਜ਼ ਹੈ, ਸਵਰਗ ਦੇ ਸੁੱਖ ਕੀ ਹਨ। ਕੁਸੰਗੀ ਇਹ ਕਹਿੰਦੇ ਹਨ ਕਿ ਅਸੀਂ ਤਾਂ ਬ੍ਰਹਮ ਰੂਪ ਹਾਂ। ਇਉਂ ਗੱਲਾਂ ਕਰਦੇ ਹਨ ਕਿ ਹਰ ਜਸ ਸੁਨਹਿ ਨਾ ਹਰ ਗੁਣ ਗਾਵੇ, ਨਾ ਤਾਂ ਹਰੀ ਦਾ ਜਸ ਸੁਣਦੇ ਹਨ ਤੇ ਨਾ ਹੀ ਉਸ ਪਰਮੇਸ਼ਰ ਦਾ ਜਸ ਗਾਉਂਦੇ ਹਨ। ਗੱਲਾਂ ਬਾਤਾਂ ਦੇ ਨਾਲ ਹੀ ਅਸਮਾਨ ਨੂੰ ਗਿਰਾ ਲੈਂਦੇ ਹਨ। ਭਾਵ ਕਿ ਇਹ ਸਵਰਗ ਕੀ ਚੀਜ਼ ਹੈ, ਕਿ ਅਸੀਂ ਤਾਂ ਬ੍ਰਹਮ ਦਾ ਰੂਪ ਹੋ ਗਏ ਹਾਂ, ਐਸੇ ਗੱਲਾਂ ਮਾਰਦੇ ਹਨ। ਇਹ ਕੋਈ ਸੌਖੀ ਬਾਤ ਨਹੀਂ, ਸੌਖੀ ਗੱਲ ਨਹੀਂ ਕਿ ਕੋਈ ਅਸਮਾਨ ਨੂੰ ਹੇਠਾਂ ਡੇਗ ਲਵੇ, ਕਿਉਂਕਿ ਅਸਮਾਨ ਡਿੱਗਣ ਵਾਲੀ ਵਸਤੂ ਨਹੀਂ ਹੈ। ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਸਰੀਰ ਅੰਤ ਸਕਰਨ ਹੀ ਬੈਕੁੰਠ ਵਾਸੀ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਭਗਤ ਜੀ ਕਹਿਣ ਲੱਗੇ ਐਸੇ ਲੋਗਨ ਸਿਉ ਕਿਆ ਕਹੀਐ। ਹੇ ਭਾਈ, ਅਜਿਹੇ ਹੰਕਾਰੀ ਲੋਕਾਂ ਦੇ ਨਾਲ ਕੀ ਕਹਿਣਾ ਕਰੀਏ। ਭਾਵ ਕੁਝ ਕਹਿਣਾ ਬਣਦਾ ਹੀ ਨਹੀਂ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਐ। ਜਿਹੜੇ ਪ੍ਰਭੂ ਪਰਮੇਸ਼ਰ ਨੇ ਆਪਣੀ ਭਗਤੀ ਤੋਂ ਬਾਹਜ ਬਾਹਰ ਵਾਂਝੇ ਕਰ ਦਿੱਤੇ ਹਨ, ਤਿਨ ਤੇ ਸਦਾ ਡਰਾਨੇ ਰਹੀਐ, ਕਿ ਤਿਨ ਉਹਨਾਂ ਤੋਂ ਸਦਾ ਹਮੇਸ਼ਾ ਹੀ ਡਰਦੇ ਰਹਿਣਾ ਕਰੀਏ। ਭਾਵ ਕਿ ਸਾਨੂੰ ਕਿਤੇ ਉਹਨਾਂ ਦੀ ਲਾਗ ਨਾ ਲੱਗ ਜਾਏ, ਉਹਨਾਂ ਤੋਂ ਡਰ ਕੇ ਰਹਿਣਾ ਕਰੀਏ ਕਿ ਸਾਡਾ ਮਨ ਵਿਗੜ ਕੇ ਉਹੋ ਜਿਹਾ ਕੁਸੰਗੀਆਂ ਵਰਗਾ ਨਾ ਹੋ ਜਾਵੇ। ਰਹਾਉ ਵਿਸਰਾਮ ਦੇ ਕੇ ਅੱਗੇ ਭਗਤ ਜੀ ਕਹਿਣ ਲੱਗੇ ਆਪ ਨਾ ਦੇ ਚੋਰੂ ਭਰ ਪਾਨੀ, ਤਿਹ ਨਿੰਦਹਿ ਜਿਹ ਗੰਗਾ ਆਨੀ। ਉਹ ਆਪ ਤਾਂ ਕਿਸੇ ਪਿਆਸੇ ਨੂੰ ਚੂੜੀ ਭਰ ਕੇ ਜਲ ਦੀ ਪਾਣੀ ਦੀ ਨਹੀਂ ਦਿੰਦੇ, ਅਤੇ ਉਹ ਉਹਨਾਂ ਪੁਰਸ਼ਾਂ ਨੂੰ ਨਿੰਦਣਾ ਕਰਦੇ ਹਨ ਜਿਹ ਗੰਗਾ ਆਨੀ, ਜਿਨ੍ਹਾਂ ਦੇ ਗੰਗਾ ਦੇਵ ਨਦੀ ਹੇਠਾਂ ਧਰਤੀ ਪਰ ਆਨੀ ਲਿਆਂਦੀ ਹੈ। ਭਾਵ ਭਗੀਰਥ ਵਰਗਿਆਂ ਦੀ ਨਿੰਦਿਆ ਕਰਦੇ ਹਨ, ਜਿਨ੍ਹਾਂ ਸੱਤ ਪੁਰਖਾਂ ਦੇ ਕੋਲ ਆਪ ਗੰਗਾ ਚੱਲ ਕੇ ਆਉਂਦੀ ਹੈ, ਕਿ ਕੁਸੰਗੀ ਉਹਨਾਂ ਦੀ ਨਿੰਦਿਆ ਕਰਦੇ ਹਨ। ਕਿ ਇਸੇ ਤਰ੍ਹਾਂ ਭਗੀਰਥ ਦੀ ਸਾਖੀ ਹੈ। ਮਹਾਭਾਰਤ ਆਦਿਕ ਗ੍ਰੰਥਾਂ ਅਨੁਸਾਰ ਭਗੀਰਥ ਦਲੀਪ ਦਾ ਪੁੱਤਰ ਤੇ ਸਵਰਸਵੰਸ਼ੀ ਅਯੁੱਧਿਆ ਦਾ ਰਾਜਾ ਸੀ। ਇਸ ਦੇ 7ਵੇਂ ਥਾਂ ਭਾਵ ਪਹਿਲਾ ਰਾਜਾ ਸਾਗਰ ਹੋਇਆ। ਉਸ ਦੀ ਇੱਕ ਰਾਣੀ ਦੇ ਇੱਕ ਲਾਇਕ ਪੁੱਤਰ ਸੀ ਤੇ ਦੂਜੀ ਦੇ ਬਹੁਤ ਜ਼ਿਆਦਾ 60,000 ਪੁੱਤਰ ਸਨ। ਜਦ ਇਹ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਨਗਰ ਦੇ ਹੋਰਨਾਂ ਛੋਟਿਆਂ ਬੱਚਿਆਂ ਨੂੰ ਫੜ ਕੇ ਦਰਿਆ ਵਿੱਚ ਡੋਬ ਦਿਆ ਕਰਨ।
ਲੋਕਾਂ ਨੇ ਰਾਜੇ ਨੂੰ ਕਿਹਾ ਕਿ ਤੇਰੇ ਪੁੱਤਰ ਤਾਂ ਬੜੇ ਉਪੱਦਰੀ ਹਨ, ਨਗਰ ਦੇ ਬੱਚਿਆਂ ਨੂੰ ਡੋਬ ਦਿੰਦੇ ਹਨ ਪਾਣੀ ਦੇ ਵਿੱਚ, ਉਹ ਤਾਂ ਆਮ ਪਰਜਾ ਨੂੰ ਪਾਣੀ ਵਿੱਚ ਡੋਬੀ ਜਾ ਰਹੇ ਹਨ। ਰਾਜੇ ਨੇ ਕਿਹਾ ਕਿ ਪਹਿਲਾਂ ਮੈਂ ਇੱਕ ਜੱਗ ਕਰ ਲਵਾਂ, ਫਿਰ ਇਹਨਾਂ ਨਾਲ ਗੱਲ ਕਰਾਂਗਾ। ਜੱਗ ਕਰਨ ਲਈ ਇਸ ਨੇ ਇੱਕ ਘੋੜਾ ਛੱਡਿਆ ਤੇ ਉਸ ਘੋੜੇ ਨੂੰ ਵੇਖਣ ਲਈ ਇਸ ਨੇ ਆਪਣੇ 60,000 ਪੁੱਤਰ ਸੈਨਾ ਸਮੇਤ ਮਗਰ ਲਾ ਦਿੱਤੇ ਘੋੜੇ ਦੇ। ਉਧਰ ਜਦੋਂ ਇੰਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸ ਨੇ ਸੋਚਿਆ ਕਿ ਜੇਕਰ ਜੱਗ ਪੂਰਾ ਹੋ ਗਿਆ ਤਾਂ ਕਿਤੇ ਰਾਜਾ ਸਗਰ ਮੇਰੀ ਪਦਵੀ ਵੀ ਨਾ ਖੋਹ ਲਵੇ। ਇਸ ਤਰ੍ਹਾਂ ਵਿਚਾਰ ਕੇ ਇਸ ਨੇ ਇਹ ਘੋੜਾ ਅਲੋਪ ਕਰਕੇ ਜਿੱਥੇ ਕਾਪਲ ਮੁਨੀ ਤਪੱਸਿਆ ਕਰਦਾ ਸੀ, ਜੋ ਕਲਕੱਤੇ ਤੋਂ ਅੱਗੇ 35 ਮੀਲ ਸਮੁੰਦਰ ਲਾਗੇ ਕਾਪਲ ਮੁਨੀ ਦੀ ਸਮਾਧ ਹੈ, ਉੱਥੇ ਪਤਾਲਪੁਰੀ ਵਿੱਚ ਕਾਪਲ ਮੁਨੀ ਸਮਾਧੀ ਲਾਈ ਬੈਠਾ ਸੀ। ਤਾਂ ਇੰਦਰ ਨੇ ਉਹ ਘੋੜਾ ਛੁਪਾ ਕਰਕੇ ਛਾਲ ਨਾਲ ਕਾਪਲ ਮੁਨੀ ਦੇ ਪਿਛਲੇ ਪਾਸੇ ਬੰਨ੍ਹ ਦਿੱਤਾ ਤੇ ਕਾਪਲ ਮੁਨੀ ਨੂੰ ਕੁਝ ਪਤਾ ਨਾ ਚੱਲਣ ਦਿੱਤਾ, ਪਤਾ ਨਾ ਲੱਗਣ ਦਿੱਤਾ, ਪਿਛਲੇ ਪਾਸੇ ਬੰਨ੍ਹ ਦਿੱਤਾ। ਉਹ ਰਾਜੇ ਦੇ ਸਾਰੇ ਪੁੱਤਰ ਘੋੜਾ ਭਾਲਦੇ ਹੋਏ ਹੰਭ ਗਏ। ਅਖੀਰ ਉਹ ਥਾਂ ਨੂੰ ਪੁੱਟਦੇ ਪੁੱਟਦੇ ਜੋ 100 ਯੋਜਨ ਹੇਠਾਂ ਤੱਕ ਗਏ ਤਾਂ ਉੱਥੇ ਕਾਪਲ ਮੁਨੀ ਸਮਾਧੀ ਲਾਈ ਬੈਠੇ ਸੀ। ਇਹ ਕਾਪਲ ਮੁਨੀ ਦੇ ਪਿੱਛੇ ਘੋੜਾ ਵੱਜਿਆ ਦੇਖ ਕੇ ਉਹਨਾਂ ਨੇ ਕਾਪਲ ਮੁਨੀ ਦੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਲੱਤਾਂ ਮਾਰਨ ਲੱਗ ਪਏ, ਕਹਿੰਦੇ ਤੂੰ ਸਾਡਾ ਘੋੜਾ ਚੁਰਾ ਲਿਆਇਆ ਹੈ। ਉਸ ਵੇਲੇ ਕਾਪਲ ਮੁਨੀ ਦੀ ਸਮਾਧੀ ਖੁੱਲ੍ਹੀ ਤੇ ਅੱਖਾਂ ਵਿੱਚੋਂ ਅਜਿਹੀ ਸ਼ਕਤੀ ਨਿਕਲੀ ਜਿਸ ਕਰਕੇ ਉਹ 60,000 ਸਾਰੇ ਸੜ ਕੇ ਸੁਆਹ ਹੋ ਗਏ। ਉਸ ਵੇਲੇ ਬਾਅਦ ਵਿੱਚ ਰਿਸ਼ੀਆਂ ਨੇ ਬੈਠ ਕੇ ਵਿਚਾਰ ਕੀਤੀ ਕਿ ਜੇਕਰ ਗੰਗਾ ਹੇਠਾਂ ਆ ਜਾਵੇ ਤਾਂ ਇਹਨਾਂ ਬੇਗਤ ਹੋਇਆਂ ਦੀ ਕਲਿਆਣ ਹੋ ਸਕਦੀ ਹੈ। ਉਹ ਗੰਗਾ ਬ੍ਰਹਮਾ ਜੀ ਦੇ ਪਾਸ ਹੈ। ਜਿਸ ਵੇਲੇ ਵਿਸ਼ਨੂੰ ਜੀ ਨੇ 52 ਅਵਤਾਰ ਧਾਰਿਆ ਤਾਂ ਉਦੋਂ ਬ੍ਰਹਮਾ ਨੇ ਵਿਸ਼ਨੂੰ ਦੇ ਚਰਨ ਧੋ ਕੇ ਉਸ ਉਹ ਜਲ ਕਮੰਡਲ ਵਿੱਚ ਪਾ ਲਿਆ ਸੀ। ਇਸ ਖਿਆਲ ਨਾਲ ਗੰਗਾ ਨੂੰ ਬ੍ਰਹਮਪੁਰੀ ਤੋਂ ਪ੍ਰਿਥਵੀ ਪਰ ਲਿਆਉਣ ਲਈ ਰਾਜੇ ਸਾਗਰ ਨੇ ਆਪਣੇ ਦੂਜੇ ਪੁੱਤਰ ਨੂੰ ਰਾਜ ਦੇ ਕੇ ਤਪੱਸਿਆ ਕੀਤੀ। ਇਉਂ ਤਪੱਸਿਆ ਕਰਦੇ ਕਰਦੇ 7ਵੇਂ ਪਰ ਭਗੀਰਥ ਹੋਇਆ। ਇਸ ਨੇ ਗੰਗਾ ਨੂੰ ਪ੍ਰਿਥਵੀ ਧਰਤੀ ਤੇ ਲਿਆਉਣ ਵਾਸਤੇ ਹਿਮਾਲਿਆ ਦੇ ਗੋਕਰਨ ਅਸਥਾਨ ਤੇ ਘੋਰ ਤਪ ਕੀਤਾ ਤੇ ਬ੍ਰਹਮਾ ਨੂੰ ਪ੍ਰਸੰਨ ਕਰ ਲਿਆ। ਤੇ ਬ੍ਰਹਮਾ ਨੇ ਕਿਹਾ ਕਿ ਤੂੰ ਗੰਗਾ ਤਾਂ ਲੈ ਜਾ ਪਰੰਤੂ ਇਹ ਸਾਂਭੀ ਨਹੀਂ ਜਾਣੀ ਗੰਗਾ। ਭਗੀਰਥ ਨੇ ਕਿਹਾ ਕਿ ਫੇਰ ਮੈਂ ਕੀ ਕਰਾਂ? ਤਾਂ ਬ੍ਰਹਮਾ ਜੀ ਕਹਿਣ ਲੱਗੇ ਕਿ ਜੇਕਰ ਤੂੰ ਸ਼ਿਵ ਜੀ ਨੂੰ ਪ੍ਰਸੰਨ ਕਰ ਲਵੇਂ ਤਾਂ ਉਹ ਇਸ ਗੰਗਾ ਨੂੰ ਗ੍ਰਹਿਣ ਕਰ ਸਕਦਾ ਹੈ ਤੇ ਫਿਰ ਇਹ ਧਾਰਾ ਬਣ ਕੇ ਚੱਲ ਸਕਦੀ ਹੈ ਜੇ ਸ਼ਿਵ ਜੀ ਨੂੰ ਬਸ ਕਰ ਲਏ। ਫਿਰ ਭਗੀਰਥ ਨੇ 6 ਮਹੀਨੇ ਸ਼ਿਵ ਜੀ ਦੀ ਆਰਾਧਨਾ ਕੀਤੀ ਤਾਂ ਸ਼ਿਵ ਜੀ ਨੇ ਖੁਸ਼ ਹੋ ਕੇ ਕਿਹਾ ਕਿ ਚਲੋ ਠੀਕ ਹੈ, ਵਿਸ਼ਨੂੰ ਜੀ ਦੇ ਚਰਨਾਂ ਦਾ ਪਵਿੱਤਰ ਜਲ ਮੇਰੀਆਂ ਜਟਾਵਾਂ ਵਿੱਚ ਪਾ ਦਿਓ। ਜਦ ਬ੍ਰਹਮਾ ਨੇ ਆਕਾਸ਼ ਤੋਂ ਗੰਗਾ ਭੇਜੀ ਤਦ ਸ਼ਿਵ ਨੇ ਆਪਣਾ ਜਟਾ ਜੂਟ ਇਤਨਾ ਫੈਲਾ ਦਿੱਤਾ ਕਿ 1000 ਵਰ੍ਹਾ ਗੰਗਾ ਨੂੰ ਨਿਕਲਣ ਦਾ ਰਾਹ ਨਾ ਲੱਭਿਆ। ਅੰਤ ਨੂੰ ਭਗੀਰਥ ਜੀ ਪ੍ਰਾਰਥਨਾ ਮੰਨ ਕੇ ਸ਼ਿਵ ਜੀ ਜਟਾਂ ਵਿੱਚੋਂ ਗੰਗਾ ਕੱਢੀ, ਜਿਸ ਦੇ 7 ਪ੍ਰਵਾਹ ਹੋਏ, ਹਉਦੁਨੀ, ਭਵੈਨੀ ਤੇ ਨਲਨੀ ਨਾਮਕ 3 ਪ੍ਰਵਾਹ ਪੂਰਬ ਦੀ ਪੱਛਮ ਵਹੇ ਤੇ ਫੰਕਸ, ਸੀਤਾ ਅਤੇ ਸਿੱਧੂ ਨਾਮਕ 3 ਪ੍ਰਵਾਹ ਪੱਛਮ ਵੱਲ ਚਲੇ ਗਏ।
ਇੱਕ ਭਗੀਰਥ ਦੇ ਹੱਥ ਪਿੱਛੇ ਤੁਰ ਪਿਆ। ਜਿੱਥੇ ਵੀ ਭਗੀਰਥ ਦੇ ਰਥ ਪਿੱਛੇ ਤੁਰ ਪਿਆ, ਜਿੱਥੇ ਵੀ ਭਗੀਰਥ ਦਾ ਰਥ ਗਿਆ, ਉਸ ਦੇ ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗਿਆ। ਇਉਂ ਭਗੀਰਥ ਨੇ ਆਪਣੇ ਪਿੱਤਰਾਂ ਦਾ ਉਧਾਰ ਕੀਤਾ ਤੇ ਲੋਕ ਕਹਿਣ ਲੱਗੇ ਕਿ ਇਸ ਨੇ ਤਾਂ ਆਪਣੇ ਵਾਸਤੇ ਹੀ ਗੰਗਾ ਲਿਆਂਦੀ ਹੈ, ਕਿਹੜਾ ਸਾਡੇ ਖੇਤਾਂ ਨੂੰ ਪਾਣੀ ਦੇਣ ਲਈ ਲਿਆਂਦੀ ਹੈ। ਇਉਂ ਉਸ ਗੰਗਾ ਲਿਆਉਣ ਵਾਲੇ ਦੀ ਵੀ ਨਿੰਦਿਆ ਕੀਤੀ ਕਿ ਤਿਹ ਨਿੰਦਹੇ ਜਿਹ ਗੰਗਾ ਆਨੀ, ਕਿ ਉਹ ਆਪ ਤਾਂ ਕਿਸੇ ਪਿਆਸੇ ਨੂੰ ਪਾਣੀ ਦੀ ਚੋਲੀ ਭਰ ਕੇ ਨਹੀਂ ਦਿੰਦੇ ਅਤੇ ਉਹਨਾਂ ਪੁਰਸ਼ਾਂ ਨੂੰ ਨਿੰਦਣਾ ਕਰਦੇ ਹਨ ਜਿਨ੍ਹਾਂ ਨੇ ਗੰਗਾ ਦੇਵ ਨਦੀ ਹੇਠਾਂ ਧਰਤੀ ਪਰ ਲਿਆਂਦੀ ਹੈ। ਭਾਵ ਭਗੀਰਥ ਵਰਗਿਆਂ ਦੀ ਵੀ ਨਿੰਦਿਆ ਕਰਕੇ ਕਿ ਜਿਨ੍ਹਾਂ ਸੱਤ ਪੁਰਖਾਂ ਦੇ ਕੋਲ ਆਪ ਗੰਗਾ ਚੱਲ ਕੇ ਆਉਂਦੀ ਹੈ, ਉਹਨਾਂ ਦੀ ਨਿੰਦਿਆ ਕਰਦੇ ਹਨ। ਬੈਠਤ ਊਠਤ ਕੁਟਲਤਾ ਚਾਲਹੇ, ਆਪ ਗਏ ਔਰ ਨਹੂੰ ਘਾਲਹੇ। ਬੈਠਤ ਉੱਠਤ ਕੁਟਲਤਾ ਚਾਲਹੇ, ਬੈਠਤ ਬਹਿੰਦਿਆਂ ਉੱਠਤ ਉੱਠਦਿਆਂ ਹਰ ਵਕਤ ਹੀ ਕੁਟਲਤਾ ਟੇਢੇਪਣ ਵਿੱਚ ਹੀ ਚੱਲਦੇ ਹਨ ਜੋ ਕੁਸੰਗੀ ਹਨ। ਭਾਵ ਉੱਠਦਿਆਂ ਬਹਿੰਦਿਆਂ ਨਿੰਦਿਆ ਚੁਗਲੀ ਆਦਿ ਕਰਕੇ ਟੇਢੇ ਸੁਭਾਅ ਵਿੱਚ ਹੀ ਚੱਲਦੇ ਹਨ। ਆਪ ਗਏ ਔਰ ਨੂੰ ਘਾਲੇ, ਉਹ ਆਪ ਤਾਂ ਸਾਧ ਸੰਗਤ ਵੱਲੋਂ ਚਲੇ ਗਏ ਹਨ ਤੇ ਔਰਨ ਹੋਰਨਾਂ ਨੂੰ ਵੀ ਘਾਲਹੇ ਬਰਬਾਦ ਕਰੀ ਜਾ ਰਹੇ ਹਨ। ਛਾੜ ਕੁਚਰਚਾ ਆਨ ਜੋ ਜਾਨਹਿ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨਹਿ। ਭਗਤ ਕਬੀਰ ਜੀ ਕਹਿਣ ਲੱਗੇ, ਛਾੜ ਕੁਚਰਚਾ ਆਨ ਨਾ ਜਾਨਹਿ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਕਿ ਉਹਨਾਂ ਦਾ ਐਸਾ ਸੁਭਾਅ ਹੈ ਕੁਸੰਗੀਆਂ ਦਾ ਕਿ ਇੱਕ ਕੁਚਰਚਾ ਖੋਟੀ ਚਰਚਾ ਤੋਂ ਛੁੱਟ ਕਰਕੇ ਹੋਰ ਕੁਝ ਵੀ ਸਤ ਸੰਗਤ ਸਿਮਰਨ ਭਜਨ ਆਦਿਕ ਕਰਨਾ ਨਹੀਂ ਜਾਣਦੇ, ਸਗੋਂ ਇਹ ਤਾਂ ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ, ਕਿ ਇਹ ਤਾਂ ਬ੍ਰਹਮਾ ਦਾ ਕਿਹਾ ਹੋਇਆ ਵੀ ਨਹੀਂ ਮੰਨਦੇ, ਬ੍ਰਹਮਾ ਦੁਆਰਾ ਕਹੇ ਹੋਏ ਵੇਦਾਂ ਨੂੰ ਵੀ ਨਹੀਂ ਮੰਨਦੇ, ਫਿਰ ਹੋਰ ਆਮ ਲੋਕਾਂ ਦੀ ਕੀ ਗੱਲ ਮੰਨਣਗੇ। ਆਪ ਗਏ ਔਰ ਨਹੂੰ ਖੋਵਹੇ, ਆਗ ਲਗਾਏ ਮੰਦਰ ਮੈਂ ਸੋਵਹੇ। ਇਉਂ ਇਹ ਆਪ ਤਾਂ ਪਰਮੇਸ਼ਰ ਵੱਲੋਂ ਬੇਮੁਖ ਹੋਣ ਕਰਕੇ ਗਏ ਗੁਜਰੇ ਹਨ। ਆਪ ਗਏ ਕਿ ਇਹ ਤਾਂ ਆਪ ਪਰਮੇਸ਼ਰ ਵੱਲੋਂ ਬੇਮੁਖ ਹੋਣ ਕਰਕੇ ਗਏ ਗੁਜਰੇ ਹਨ ਤੇ ਔਰਨ ਹੂੰ ਖੋਵਹੇ, ਔਰਨ ਹੋਰਨਾਂ ਨੂੰ ਵੀ ਲੋਕ ਪਰਲੋਕ ਵੱਲੋਂ ਗਵਾਈ ਜਾ ਰਹੇ ਹਨ। ਆਗ ਲਗਾਏ ਮੰਦਰ ਮੈਂ ਸੋਵਹੇ, ਕਿਸੇ ਦੇ ਘਰ ਵਿੱਚ ਜਾ ਕੇ ਅੱਗ ਲਗਾ ਆਉਣੀ ਤੇ ਚੁੱਪ ਕਰਕੇ ਆਪ ਆਪਣੇ ਮੰਦਰ ਆਪ ਆਪਣੇ ਘਰ ਵਿੱਚ ਜਾ ਕੇ ਸੌ ਜਾਣਾ ਤੇ ਸਵੇਰੇ ਨੂੰ ਕਹਿਣਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਅੱਗ ਕਦੋਂ ਤੇ ਕਿੱਥੇ ਲੱਗ ਗਈ ਹੈ। ਇਹ ਨਿੰਦਕ ਲੋਕਾਂ ਦਾ ਸੁਭਾਅ ਹੈ। ਆਵਰਨ ਹਸਤ ਆਪ ਹਾਹੇ ਕਾਨੇ, ਆਵਰਨ ਠੀਕ, ਆਵਰਨ ਹਸਤ ਆਪ ਹੋਏ ਕਾਨੇ। ਆਵਰਨ ਹੋਰਨਾਂ ਨੂੰ ਤਾਂ ਹਸਤ ਹਾਸੀ ਮਖੌਲ ਕਰਦੇ ਹਨ ਕਿ ਇਹ ਟੀਰਾ ਵੇਖਦਾ ਹੈ, ਬਿੰਗਾ ਵੇਖਦਾ ਹੈ ਤੇ ਆਪਾਂ ਕਿ ਆਪ ਪਾਪਾਂ ਕਰਕੇ ਕਾਣੇ ਹਨ। ਆਵਰਨ ਹਸਤ ਆਪ ਹਾਹੇ ਕਾਨੇ, ਕਿ ਆਵਰਨ ਹੋਰਨਾਂ ਨੂੰ ਤਾਂ ਹਸਤ ਹਾਸੀ ਮਖੌਲ ਕਰਦੇ ਹਨ ਕਿ ਇਹ ਟੀਰਾ ਵੇਖਦਾ ਹੈ, ਬਿੰਗਾ ਵੇਖਦਾ ਹੈ ਤੇ ਆਪ ਪਾਪਾਂ ਕਰਕੇ ਕਾਣੇ ਹਨ। ਤਿਨ ਕੋ ਦੇਖ ਕਬੀਰ ਲਿਜਾਨੇ, ਭਗਤ ਕਬੀਰ ਜੀ ਕਥਨ ਕਰਦੇ ਹਨ
ਕਿ ਉਹਨਾਂ ਨੂੰ ਵੇਖ ਕਰਕੇ ਸਾਨੂੰ ਤਾਂ ਲਜਾਨੇ ਲੱਜ ਸ਼ਰਮ ਆਉਂਦੀ ਹੈ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਦੂਸਰਾ ਅਰਥ ਹੈ ਇਸ ਸ਼ਬਦ ਦਾ, ਹਰ ਜਸ ਸੁਨਹਿ ਨਾ ਹਰ ਗੁਣ ਗਾਵੇ। ਜਿਹੜੇ ਪੁਰਸ਼ ਹਰੀ ਦੇ ਕੀਰਤਨ ਨੂੰ ਸੁਣਦੇ ਹਨ ਤੇ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ, ਬਾਤਨ ਹੀ ਅਸਮਾਨ ਗਰਾਵਹਿ, ਉਹ ਬਾਤਨ ਬਾਚਨ ਹੀ ਅਜਿਹੇ ਕਰਦੇ ਹਨ ਕਿ ਜੋ ਸਰੀਰ ਅੰਦਰ ਅਸਮਾਨ ਮਾਨ ਹੰਕਾਰ ਹੈ ਉਸ ਨੂੰ ਗੇਰ ਦਿੰਦੇ ਹਨ, ਤੋੜ ਦਿੰਦੇ ਹਨ। ਇਸ ਪ੍ਰਕਾਰ ਬਚਨ ਕਰਦੇ ਹਨ। ਜੋ ਅਸਮਾਨ ਸਵਰਗ ਆਦਿਕ ਦੇ ਸੁੱਖਾਂ ਦੀ ਇੱਛਾ ਫੁਰਦੀ ਸੀ ਉਸ ਨੂੰ ਬਾਤਨ ਬਚਨਾਂ ਨਾਲ ਹੀ ਗੇਰ ਦਿੰਦੇ ਹਨ, ਭਾਵ ਸਾਰੀ ਵਾਸਨਾ ਮੇਟ ਦਿੰਦੇ ਹਨ। ਭਗਤ ਜੀ ਸਮਝਾ ਰਹੇ ਹਨ, ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਵਾਹਜ, ਤਿਨ ਤੇ ਸਦਾ ਡਰਾਨੇ ਰਹੀਐ। ਕਿ ਅਜਿਹੇ ਸੰਤ ਮਹਾਂਪੁਰਖ ਲੋਕਾਂ ਦੇ ਨਾਲ ਕੀ ਬਚਨ ਕਹਿਣਾ ਕਰੀਏ, ਭਾਵ ਆਪਣੇ ਗੁਣ ਸੁੰਦਰਤਾ ਵਿਦਿਆ ਆਦਿਕ ਦਾ ਹੰਕਾਰ ਸਹਿਤ ਹੀ ਕਥਨ ਕਹਿਣਾ ਕਰੀਏ, ਭਾਵ ਨਹੀਂ ਕਹਿਣਾ ਚਾਹੀਦਾ। ਜਿਹੜੇ ਪਰਮੇਸ਼ਰ ਨੇ ਆਪਣੇ ਭਗਤੀ ਵਾਲੇ ਕੀਤੇ ਹਨ, ਬਣਾ ਲਏ ਹਨ, ਉਹ ਸੰਸਾਰ ਵਿੱਚ ਜੰਮਣ ਮਰਨ ਤੋਂ ਬਾਹਰ ਹੋ ਜਾਂਦੇ ਹਨ, ਭਾਵ ਜੰਮਣ ਮਰਨ ਵਿੱਚ ਨਹੀਂ ਪੈਂਦੇ। ਇਸ ਕਰਕੇ ਉਹਨਾਂ ਮਹਾਂਪੁਰਖਾਂ ਤੋਂ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਡਰਦੇ ਰਹਿਣਾ ਚਾਹੀਦਾ ਹੈ ਕਿ ਸਾਡੇ ਕੋਲੋਂ ਕਿਤੇ ਕੋਈ ਬੇਅਦਬੀ ਵਾਲਾ ਬਚਨ ਨਾ ਨਿਕਲ ਜਾਵੇ ਜਾਂ ਉਹਨਾਂ ਕੋਲੋਂ ਕੋਈ ਸ਼ਰਾਪ ਵਾਲਾ ਬਚਨ ਨਾ ਨਿਕਲ ਜਾਵੇ। ਆਪ ਨਾ ਦੇ ਚੂਰੂ ਭਰ ਪਾਨੀ, ਉਹ ਮਹਾਤਮਾ ਆਪਣਾ ਜਾਣ ਕਰਕੇ ਚੂਰੂ ਚੂੜੀ ਭਰ ਕੇ ਵੀ ਪਾਣੀ ਨਹੀਂ ਦਿੰਦੇ, ਭਾਵ ਸਭ ਕੁਝ ਪਰਮੇਸ਼ਰ ਦਾ ਹੀ ਸਮਝਦੇ ਹਨ। ਉਹਨਾਂ ਨੇ ਆਪ ਆਪਣੀ ਦੇਹੀ ਦੀ ਹੰਗਤਾ ਪਾਣੀ ਦੀ ਚੂੜੀ ਭਰ ਕੇ ਛੱਡਣ ਵਾਂਗ ਛੱਡ ਦਿੱਤੀ ਹੈ, ਭਾਵ ਜਿਵੇਂ ਕੋਈ ਪਾਣੀ ਦੀ ਚੂੜੀ ਲੈ ਕੇ ਕੋਈ ਚੀਜ਼ ਛੱਡ ਦੇਵੇ ਤਾਂ ਫਿਰ ਉਸ ਨੂੰ ਅੰਗੀਕਾਰ ਨਹੀਂ ਕਰਦਾ। ਇਵੇਂ ਮਹਾਤਮਾ ਜਨਾਂ ਨੇ ਆਪਣੀ ਦੇਹ ਦੀ ਹੰਗਤਾ ਨੂੰ ਚੂੜੀ ਭਰ ਕੇ ਤਿਆਗ ਦਿੱਤਾ ਹੈ। ਬੈਠਤ ਊਠਤ ਕੁਟਲਤਾ ਚਾਲਹੇ, ਆਪ ਗਏ ਔਰ ਨਹੂੰ ਘਾਲਹੇ। ਕਿ ਉਹ ਮਹਾਤਮਾ ਜਦੋਂ ਬੈਠਦੇ ਹਨ ਤੇ ਜਦੋਂ ਉੱਠਦੇ ਹਨ ਤਾਂ ਸਦਾ ਹੀ ਕੁਟਲਤਾ ਟੇਢਤਾਈ ਦੇ ਪਾਸੇ ਵੱਲੋਂ ਚੱਲਦੇ ਹਨ, ਕਦੇ ਕੁਟਲਤਾਈ ਨਹੀਂ ਕਰਦੇ, ਟੇਢਪਣਾ ਨਹੀਂ ਕਰਦੇ। ਜਦੋਂ ਨਿਰਵਿਕਲਪ ਸਮਾਧੀ ਵਿੱਚ ਬੈਠਦੇ ਹਨ ਤੇ ਸੰਸਾਰ ਵੱਲੋਂ ਉੱਠਦੇ ਭਾਵ ਉਪਰਾਮ ਹੁੰਦੇ ਹਨ, ਤਦੋਂ ਹੀ ਕੁਟਲਤਾਈ ਟੇਢਤਾਈ ਵੱਲੋਂ ਚੱਲਦੇ ਹਨ, ਭਾਵ ਕਦੇ ਵੀ ਬੁਰੀ ਸੰਗਤ ਨਹੀਂ ਕਰਦੇ। ਛਾੜ ਕੁਚਰਚਾ ਆਨ ਜੇ ਜਾਣਹਿ, ਬ੍ਰਹਮਾ ਹੂੰ ਕੋ ਕਹਿਓ ਨਾ ਮਾਨੇ। ਉਹਨਾਂ ਨੇ ਕੁਚਰਚਾ ਖੋਟੀ ਚਰਚਾ ਛੱਡ ਦਿੱਤੀ ਹੈ ਤੇ ਦਵੈਤ ਨੂੰ ਵੀ ਉੱਕਾ ਨਹੀਂ ਜਾਣਦੇ। ਤੇ ਬ੍ਰਹਮਾ ਭਾਵ ਮਨ, ਜਿਸ ਪ੍ਰਕਾਰ ਬ੍ਰਹਮਾ ਦ੍ਰਿਸ਼ਟੀ ਕਰਦਾ ਹੈ ਇਵੇਂ ਮਨ ਵੀ ਸੰਕਲਪਾਂ ਵਿਕਲਪਾਂ ਦੁਆਰਾ ਕਿ ਸ੍ਰਿਸ਼ਟੀ ਰਚਦਾ ਹੈ। ਇਹ ਗੌਣੀ ਬਿਰਤੀ ਕਰਕੇ ਅਰਥ ਹੈ ਕਿ ਬ੍ਰਹਮਾ ਦਾ ਕਿਹਾ ਹੋਇਆ 80,000 ਸੁਰਤੀ ਕਰਮ ਕਾਂਡ ਉਪਾਸਨਾ ਆਦਿਕ ਨੂੰ ਨਹੀਂ ਮੰਨਦੇ। ਉਹ ਹਮੇਸ਼ਾ ਪਰਮੇਸ਼ਰ ਦੀ ਭਗਤੀ ਜਾਂ ਗਿਆਨ ਵਿੱਚ ਇਸਤਤ ਰਹਿੰਦੇ ਹਨ। ਆਪ ਗਏ ਔਰ ਨਹੂੰ ਖੋਵਹਿ, ਆਗ ਲਗਾਏ ਮੰਦਰ ਮੈਂ ਸੋਵਹਿ। ਉਹ ਆਪ ਤਾਂ ਜੰਮਣ ਮਰਨ ਵੱਲੋਂ ਰਹਿਤ ਹੋ ਗਏ ਹਨ ਤੇ ਔਰਨ ਹੋਰਨਾਂ ਨੂੰ ਵੀ ਜੰਮਣ ਮਰਨ ਤੋਂ ਗਵਾਈ ਜਾਂਦੇ ਹਨ। ਉਹ ਮਹਾਤਮਾ
ਦੇ ਅਭਿਮਾਨ ਨੂੰ ਮੇਟ ਕਰਕੇ, ਕਿ ਦੇ ਅਭਿਮਾਨ ਰੂਪੀ ਲੱਕੜਾਂ ਲੈ ਕੇ ਬ੍ਰਹਮ ਅਭਿਆਸ ਰੂਪੀ ਅੱਗ ਲਗਾ ਕੇ ਮੰਦਰ ਆਦ ਸਥਾਨ ਵਿੱਚ ਨਿਰਵਿਕਲਪ ਸਮਾਧੀ ਅੰਦਰ ਸਥਿਤ ਹੋਣ ਰੂਪੀ ਬਿਰਾਜਦੇ ਹਨ। ਅਵਰਨ ਹਸਤ ਆਪ ਹਾਏ ਕਾਨੇ, ਤਿਨ ਕੋ ਦੇਖ ਕਬੀਰ ਲਜਾਨੇ। ਉਹ ਅਵਰਨ ਹੋਰਨਾਂ ਵੱਲ ਵੇਖ ਕੇ ਹੱਸਦੇ ਨਹੀਂ ਹਨ, ਨਿਮਰਤਾ ਵਿੱਚ ਆਪਣੇ ਆਪ ਨੂੰ ਕਹਿੰਦੇ ਹਨ ਕਿ ਅਸੀਂ ਕਾਨੇ ਕਾਣੇ ਹਾਂ, ਭਾਵ ਸਾਡੇ ਵਿੱਚ ਔਗਣ ਹੀ ਔਗਣ ਹਨ, ਕੋਈ ਗੁਣ ਨਹੀਂ। ਹੋਰਨਾਂ ਨੂੰ ਹਾਸੀ ਮਖੌਲ ਨਹੀਂ ਕਰਦੇ ਤੇ ਆਪ ਸੰਸਾਰ ਵੱਲੋਂ ਹਮੇਸ਼ਾ ਉਪਰਾਮਤਾ ਰੂਪੀ ਕਿਨਾਰਾ ਕਰਕੇ ਰਹਿੰਦੇ ਹਨ। ਤਿਨ ਕੋ ਦੇਖ ਕਬੀਰ ਲਿਜਾਨੇ, ਕਬੀਰ ਜੀ ਨਿਮਰਤਾ ਸਹਿਤ ਕਥਨ ਕਰਦੇ ਹਨ ਕਿ ਉਹਨਾਂ ਨੂੰ ਦੇਖ ਕਰਕੇ ਮੈਨੂੰ ਲਿਜਾਨੇ ਸ਼ਰਮ ਆਉਂਦੀ ਹੈ ਕਿ ਸੰਤ ਤਾਂ ਅਜਿਹੇ ਹੁੰਦੇ ਹਨ। ਪ੍ਰਭੂ ਮੇਰੇ ਵਿੱਚ ਸੰਤਾਂ ਵਾਲਾ ਕੋਈ ਲੱਛਣ ਨਹੀਂ ਹੈ, ਫਿਰ ਵੀ ਲੋਕ ਮੈਨੂੰ ਸੰਤ ਕਹੀ ਜਾਂਦੇ ਹਨ। ਬੜੇ ਹੀ ਵਿਸਥਾਰ ਦੇ ਨਾਲ ਭਗਤ ਕਬੀਰ ਜੀ ਦੀ ਬਾਣੀ ਸੀ। ਬਾਣੀ ਦੁਆਰਾ ਉਪਦੇਸ਼ ਮਹਾਰਾਜ ਜੀ ਨੇ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ